ਪਿਆਰੇ ਦਰਸ਼ਕੋ, ਤੁਹਾਡਾ ਪੰਜਾਬਨਾਮਾ ਸ਼ੋਅ ਦੇ ਵਿੱਚ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣੀ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਜਿਹਦੀ ਕਦੇ ਪੰਜਾਬ ਦੇ ਵਿੱਚ ਧਾਕ ਹੋਇਆ ਕਰਦੀ ਸੀ, ਉਹ ਲਗਾਤਾਰ ਨਵਾਣਾ ਵੱਲ ਨੂੰ ਜਾ ਰਿਹਾ। ਡੇ ਬਾਈ ਡੇ ਉਹਦੀ ਜਿਹੜੀ ਵਿਸ਼ਵਾਸਯੋਗਤਾ, ਭਰੋਸੇਯੋਗਤਾ ਉਹਨੂੰ ਖੋਰਾ ਲੱਗਾ ਤੇ ਖੋਰਾ ਉਹਨੂੰ ਲਾਉਣ ਦੇ ਵਿੱਚ ਜਿਹੜਾ 2 ਦਿਨ ਪਹਿਲਾਂ 3 ਦਿਨ ਪਹਿਲਾਂ ਡਿਵੈਲਪਮੈਂਟ ਹੋਈ ਆ। ਮਨਜਿੰਦਰ ਸਿੰਘ ਸਿਰਸਾ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸ ਮੁਖਾਸ ਸੀਗੇ, ਉਹਨਾਂ ਦਾ ਜਿਸ ਢੰਗ ਨਾਲ ਬੀਜੇਪੀ 'ਚ ਗਏ ਨੇ ਤੇ ਉਸ ਦੇ ਉੱਪਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਵੀ ਆਇਆ ਤੇ ਸਾਰਾ ਮਾਮਲਾ ਜਿਹੜਾ ਹੋਰ ਨਵਾਣਾ ਵੱਲ ਨੂੰ ਜਾ ਰਿਹਾ। ਤੇ ਅਸੀਂ ਜਾਣਨਾ ਚਾਹਾਂਗੇ ਜਗਤਾਰ ਹੋਣਾ ਤੋਂ ਵੀ ਉਹ ਇਹ ਸਾਰੇ ਜਿਹੜਾ ਘਟਨਾਕ੍ਰਮ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ। ਦੇਖੋ, ਡੈਮੋਕ੍ਰੇਸੀ ਦੇ ਵਿੱਚ ਹਰ ਇਨਸਾਨ ਨੂੰ ਕੋਈ ਵੀ ਪਾਰਟੀ ਜੁਆਇਨ ਕਰਨ ਦਾ ਇੱਕ ਛੱਡ ਕੇ ਦੂਜੀ ਜਾਣ ਦਾ ਪੂਰਾ ਹੱਕ ਹੈ। ਤੇ ਸਰਸਾ ਜੀ ਨੇ ਆਪਣਾ ਉਹ ਹੱਕ ਪੂਰਾ ਐਕਸਰਸਾਈਜ਼ ਕੀਤਾ ਹੈ। ਸੋ ਉਹਨਾਂ ਦੇ ਇਸ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਇਹ ਉਹਨਾਂ ਦੀ ਆਪਣੀ ਚੋਇਸ। ਕਿੰਤੂ ਦੂਜੀ ਗੱਲ ਇਹਦੇ ਨਾਲ ਇਹ ਵੀ ਹੈ ਕਿ ਉਹ ਪਹਿਲਾਂ ਵੀ ਬੀਜੇਪੀ ਸੀਗੇ, ਬੀਜੇਪੀ ਦੇ MLA ਸੀ ਤੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ। ਹਾਂਜੀ, ਹੁਣ ਇਸ਼ੂ ਇਹ ਸਿਰਫ ਨਹੀਂ ਹੈ ਕਿ ਮਨਜਿੰਦਰ ਸਿੰਘ ਸਰਸਾ ਨੇ ਅਕਾਲੀ ਦਲ ਛੱਡ ਕੇ ਬੀਜੇਪੀ ਜੁਆਇਨ ਕੀਤੀ ਹੈ। ਮੇਰੇ ਵਾਸਤੇ ਇਸ਼ੂ ਇਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬੀਜੇਪੀ ਜੁਆਇਨ ਕਰ ਗਿਆ। ਮੇਰੇ ਵਾਸਤੇ ਮਨਜਿੰਦਰ ਸਿੰਘ ਸਰਸਾ ਮੈਟਰ ਨਹੀਂ ਕਰਦਾ। ਮੇਰੇ ਵਾਸਤੇ ਦਿੱਲੀ ਕਮੇਟੀ ਦਾ ਪ੍ਰਧਾਨ ਮੈਟਰ ਕਰਦਾ ਹੈ। ਬਿਲਕੁਲ। ਔਰ ਦਿੱਲੀ ਕਮੇਟੀ ਦਾ ਪ੍ਰਧਾਨ ਮੈਟਰ ਕਰਨਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਹੁਣ ਕਿਉਂ ਕੀਤਾ ਇਹ ਉਹ ਦੱਸ ਚੁੱਕੇ ਆਪਣੇ ਇੱਕ ਇੰਟਰਵਿਊ ਦੇ ਵਿੱਚ। ਤੁਸੀਂ ਜਾਂ ਮੈਂ ਉਹਨਾਂ ਦੇ ਇਸ ਲੌਜਿਕ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ, ਇਹ ਵੱਖਰੀ ਗੱਲ ਹੈ। ਇੱਕ ਮੈਂ ਨਾਲ ਇਹਦੇ ਜ਼ਰੂਰ ਹੋਰ ਗੱਲ ਕਹੂੰਗਾ ਕਿ ਜਦੋਂ ਪਾਰਟੀਆਂ ਦੀ ਵਿਚਾਰਧਾਰਾ ਹੀ ਖਤਮ ਹੋ ਜਾਏ ਤੇ ਉਦੋਂ ਇਹ ਕੋਈ ਕਿਸੇ ਪਾਰਟੀ ਚਲਾ ਜਾਵੇ, ਕੋਈ ਫਰਕ ਨਹੀਂ ਪੈਂਦਾ। ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆਈਡੀਓਲੋਜੀ ਹੈ, ਜਿਹੜੀ ਬੇਸਿਕ ਆਈਡੀਓਲੋਜੀ ਸੀ, ਉਹ ਪਾਰਟੀ ਉਹ ਤੋਂ ਦੂਰ ਹਟਦੀ ਜਾ ਰਹੀ ਸੀ ਤੇ ਉਹਦਾ ਕਲਾਈਮੈਕਸ ਮਨਜਿੰਦਰ ਸਿੰਘ ਸਰਸਾ ਦਾ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰਨਾ ਹੈ। ਫਾਰਮਲੀ ਪਹਿਲਾਂ ਤਾਂ ਕੰਮ ਬੀਜੇਪੀ ਦਾ ਹੀ ਕਰ ਰਹੇ ਸੀ, ਵੈਸੇ ਉਹ ਕੋਈ ਅਨੋਖੀ ਗੱਲ ਨਹੀਂ ਸੀ, ਲੇਕਿਨ ਫਾਰਮਲੀ ਬੀਜੇਪੀ ਜੁਆਇਨ ਕਰਨਾ ਇਹ ਬੜੀ ਵੱਡੀ ਗੱਲ ਸੀ। ਤੇ ਜਦੋਂ ਉਹਨਾਂ ਨੂੰ ਅਕਾਲੀ ਦਲ ਨੇ ਬੀਜੇਪੀ ਤੋਂ ਟਿਕਟ ਦਵਾ ਕੇ MLA ਬਣਵਾਇਆ ਸੀ ਦਿੱਲੀ ਦੇ ਵਿੱਚ, ਉਹਨਾਂ ਨੂੰ ਉਸ ਵੇਲੇ ਇਸ ਗੱਲ ਬਾਰੇ ਸੋਚਣਾ ਚਾਹੀਦਾ ਸੀ ਕਿ ਅਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਬੀਜੇਪੀ ਦੇ ਟਿਕਟ ਤੇ ਚੋਣ ਕਿਉਂ ਲੜਵਾ ਰਹੇ। ਇਹ ਆਪਣੇ ਆਪ ਦੇ ਵਿੱਚ ਵਿਚਾਰਧਾਰਕ ਕੰਟਰਡਿਕਸ਼ਨ ਸੀ। ਮੈਨੂੰ ਇਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਿਹੜੀ ਪਾਰਟੀ ਜਿੱਤਦੀ ਹੈ ਤੇ ਕਿਹੜੀ ਡੋਮੀਨੇਟ ਕਰਦੀ ਹੈ। SGPC ਤਾਂ ਲਗਾਤਾਰ ਅਕਾਲੀ ਦਲ ਦੇ ਕੋਲ ਹੀ ਰਹੀ ਹੈ ਦਿੱਲੀ ਦੇ ਵਿੱਚ। ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ। ਉੱਥੇ 2 ਫੈਕਸ਼ਨ ਹੁੰਦੇ, ਕਦੇ ਕੋਈ ਫੈਕਸ਼ਨ ਆ ਜਾਂਦੀ, ਕਦੇ ਕੋਈ ਆ ਜਾਂਦੀ ਹੈ। ਸੋ ਕੱਲ ਨੂੰ ਬੀਜੇਪੀ ਜੇ ਚਾਹਵੇ ਕਿ ਅਸੀਂ ਇਲੈਕਸ਼ਨ ਲੜ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੈਪਚਰ ਕਰਨੀ ਹੈ ਤੇ ਮੇਰੇ ਖਿਆਲ 'ਚ ਕਿਸੇ ਨੂੰ ਕੋਈ ਉਹ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਲੇਕਿਨ ਇਹ ਸੰਸਥਾ ਸਿੱਖਾਂ ਦੀ ਸੰਸਥਾ ਹੈ। ਸੋ ਉਸ ਕਰਕੇ ਇਹ ਸਾਰੇ ਆਬਜੈਕਸ਼ਨ ਹੁੰਦੇ ਹੈ ਕਿ ਸਿੱਖ ਸੰਸਥਾ ਦਾ ਜਿਹੜਾ ਪ੍ਰਧਾਨ ਹੈ ਉਹ ਛੱਡ ਕੇ SGPC ਚਲਾ ਜਾ, ਆਪਣੇ ਬੀਜੇਪੀ ਚਲਾ ਜਾਵੇ, ਉਹ ਇਤਰਾਜ਼ਯੋਗ ਹੈ। ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਹੈ ਕਿ ਮੈਂ ਸਿੱਖ ਇਸ਼ੂਜ਼ ਸਾਲਵ ਕਰਾਉਣ ਵਾਸਤੇ ਬੀਜੇਪੀ ਦੇ ਵਿੱਚ ਗਿਆ। ਇਹ ਮੁੱਦੇ ਤਾਂ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਕੋਲ ਹੁੰਦੇ ਸੀ ਤੇ ਗੱਲ ਇਹ ਕਿ ਅਕਾਲੀ ਦਲ ਨੇ ਹੌਲੀ ਹੌਲੀ ਉਹਨਾਂ ਮੁੱਦਿਆਂ ਤੋਂ ਕਿਨਾਰਾ ਕਰ ਲਿਆ। ਸੋ ਉੱਥੇ ਇਹ ਸਮੱਸਿਆ ਖੜੀ ਹੁੰਦੀ ਹੈ। ਬਾਕੀ ਚਾਇਸ ਆਪਣੀਆਂ ਜੀ ਉਹਨਾਂ ਦੀ। ਜਗਤਾਰ ਜੀ, ਜਦੋਂ ਅਕਾਲੀ ਦਲ ਨੇ ਆਪਣੇ ਜਿਹੜੇ ਉਮੀਦਵਾਰ ਆ ਉਹਨਾਂ ਨੇ ਬੀਜੇਪੀ ਦੀ ਟਿਕਟਾਂ ਦੇ ਲੜਾਉਣੇ ਸ਼ੁਰੂ ਕੀਤੇ,
ਕਿ ਅਕਾਲੀ ਦਲ ਨੇ ਇਹ ਖਤਰੇ ਬਾਰੇ ਕਦੇ ਵੀ ਸੋਚਿਆ ਨਹੀਂ? ਹੁਣ 100 ਸਾਲ ਮਨਾ ਕੇ ਹਟੇ, ਉਹਨਾਂ ਦਿਨਾਂ ਦੇ ਵਿੱਚ ਵੀ ਅਕਾਲੀ ਦਲ ਨੇ ਇਸ ਗੱਲ ਦਾ ਮੰਥਨ ਨਹੀਂ ਕੀਤਾ ਵੀ ਜਿਹੜਾ ਜਿੱਥੋਂ ਸ਼ੁਰੂ ਹੋਇਆ ਸੀ ਉਹ ਅਕਾਲੀ ਦਲ ਕਿੱਧਰ ਨੂੰ ਜਾ ਰਿਹਾ? ਇਹ ਅਕਾਲੀ ਦਲ ਦਾ ਇਹ ਜਿਹੜਾ ਸ਼ਿਫਟ ਹੈ 1996 ਦੇ ਵਿੱਚ ਆਉਣਾ ਸ਼ੁਰੂ ਹੋਇਆ ਸੀ। ਹਾਂਜੀ। ਤੇ ਬਾਦਲ ਸਾਹਿਬ ਹੌਲੀ ਹੌਲੀ ਪਾਰਟੀ ਨੂੰ ਜਦੋਂ ਪੰਜਾਬੀਅਤ ਵੱਲ ਲੈ ਕੇ ਗਏ। ਨਹੀਂ, ਕੋਈ ਮਾੜੀ ਗੱਲ ਨਹੀਂ, ਜੇ ਤੁਸੀਂ ਆਪਣਾ ਬੇਸ ਕਾਇਮ ਰੱਖਦੇ ਹੋਏ ਪੰਥਕ ਪੰਜਾਬੀਅਤ ਦੀ ਗੱਲ ਕਰੋ ਤੇ ਵਧੀਆ ਗੱਲ ਹੈ, ਕਿਉਂਕਿ ਪੰਥਕ ਦੀ ਪੰਜਾਬੀਅਤ ਨਾਲ ਕੋਈ ਕੰਟਰਡਿਕਸ਼ਨ ਨਹੀਂ ਹੈ। ਹਾਂਜੀ। ਲੇਕਿਨ ਜੇ ਤੁਸੀਂ ਬੇਸ ਛੱਡ ਕੇ ਸਿਰਫ ਪੰਜਾਬੀ ਦੀ ਗੱਲ ਕਰੋਗੇ ਤੇ ਉਹਦਾ ਰਿਜ਼ਲਟ ਮਨਜਿੰਦਰ ਸਿੰਘ ਸਰਸਾ ਦਾ ਬੀਜੇਪੀ ਜੁਆਇਨ ਕਰਨਾ ਹੀ ਹੋਏਗਾ। ਸੋ ਉੱਥੇ ਸਾਰੀ ਗੜਬੜ ਹੁੰਦੀ ਹੈ। ਹੌਲੀ ਹੌਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਇਸ਼ੂ ਛੱਡਦਾ ਆ ਗਿਆ ਇਸ ਸਥਾਨ ਤੇ, ਜਿੱਥੇ ਕਾਂਗਰਸ ਔਰ ਅਕਾਲੀ ਦਲ ਦੋਵਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਹੈ ਇਸ ਵੇਲੇ। ਹਾਂ, ਨੀਤੀਆਂ ਦੇ ਮਾਮਲੇ ਤੇ ਤਾਂ ਹੈ ਹੀ ਨਹੀਂ। ਕਿਹੜੇ ਮਾਮਲੇ ਤੇ ਜੀ? ਨੀਤੀਆਂ ਦੇ ਮਾਮਲੇ ਤੇ ਤਾਂ ਕੋਈ ਫਰਕ ਨਹੀਂ ਨਾ ਕੋਈ ਫਰਕ ਨਹੀਂ ਕਿਤੇ ਵੀ। ਸੋ ਇਸ ਕਰਕੇ ਜਦੋਂ ਫਰਕ ਹੀ ਕੋਈ ਨਹੀਂ ਦੋਵਾਂ ਪਾਰਟੀਆਂ ਦੇ ਵਿੱਚ, ਜੇ ਦੋਵਾਂ ਪਾਰਟੀਆਂ ਨੂੰ ਕੋਈ ਬੰਦਾ ਛੱਡ ਕੇ ਬੀਜੇਪੀ ਜਾਂਦਾ ਤਾਂ ਉਹਦੇ ਚ ਕੀ ਫਰਕ ਪੈ ਜਾਂਦਾ? ਹਾਂਜੀ। ਸੋ ਇਸ ਕਰਕੇ ਮੈਨੂੰ ਕੋਈ ਅਣਹੋਣੀ ਜਿਹੀ ਗੱਲ ਨਹੀਂ ਲੱਗੀ ਇਸ ਫਰੇਮਵਰਕ ਦੇ ਵਿੱਚ ਕਿ ਅਕਾਲੀ ਦਲ ਤਾਂ ਆਪਣੇ ਆਪ ਨੂੰ ਚੇਂਜ ਹੀ ਕਰ ਗਿਆ ਸੀਗਾ। ਸੋ ਹੁਣ ਇਹ ਬਹੁਤ ਵੱਡੀ ਸੈਟਬੈਕ ਅਕਾਲੀ ਦਲ ਨੂੰ ਇਸ ਕਰਕੇ ਹੈ ਕਿਉਂਕਿ ਸਿਰਫ ਮਨਜਿੰਦਰ ਸਿੰਘ ਸਰਸਾ ਨੇ ਹੀ ਜਿਹੜਾ ਇਹਨਾਂ ਦਾ ਸਭ ਤੋਂ ਸਟਰੋਂਗ ਬੰਦਾ ਗਣਿਆ ਜਾਂਦਾ ਸੀ ਦਿੱਲੀ ਦੇ ਵਿੱਚ, ਜਿਹਨੂੰ ਪਿਛਲੇ 10 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਗਰੂਮ ਕਰ ਰਹੀ ਸੀ ਤੇ ਉਹਨੂੰ ਇੱਥੇ ਤੱਕ ਪਹੁੰਚਾਇਆ ਸੀ। ਉਹੀ ਜਦੋਂ ਪਾਰਟੀ ਛੱਡ ਕੇ ਚਲਾ ਜਾਵੇ ਤੇ ਪਾਰਟੀ ਨੂੰ ਨੁਕਸਾਨ ਤਾਂ ਹੋਏਗਾ, ਤੇ ਇਹਦੇ ਨਾਲ ਹੀ ਜਿਹੜੀ ਪਾਰਟੀ ਦੀ ਵਿਚਾਰਧਾਰਾ ਪਿਛਲੇ 10 ਸਾਲ ਜਾਂ 15 ਸਾਲ ਦੇ ਵਿੱਚ ਬਣ ਰਹੀ ਸੀ ਉਹ ਤੇ ਕਿੰਤੂ ਪਰੰਤੂ ਹੁੰਦਾ ਹੈ, ਔਰ ਨਾਲ ਲੀਡਰਸ਼ਿਪ ਦੀ ਅਸੈਸਮੈਂਟ ਤੇ ਵੀ ਕਿੰਤੂ ਪਰੰਤੂ ਹੁੰਦਾ ਹੈ। ਜਗਤਾਰ ਜੀ, ਇਹ ਜਿਹੜਾ ਵਰਤਾਰਾ ਸਿਰਸੇ ਨਾਲ ਸ਼ੁਰੂ ਹੋਇਆ ਇਹ ਰੁਕਦਾ ਨਜ਼ਰ ਨਹੀਂ ਆਉਂਦਾ, ਲੱਗਦਾ ਹੋਰ ਵੀ ਲੀਡਰ ਜਾ ਸਕਦੇ? ਨਹੀਂ, ਬਿਲਕੁਲ ਜਾ ਸਕਦੇ ਹੈ। ਜੇ ਦਿੱਲੀ ਕਮੇਟੀ ਦਾ ਪ੍ਰਧਾਨ ਜਾ ਸਕਦਾ ਹੈ ਤਾਂ ਬਾਕੀ ਕੋਈ ਲੀਡਰ ਵੀ ਜਾ ਸਕਦਾ ਹੈ। ਇਸ ਤੋਂ ਬਾਅਦ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਰਹਿ ਗਿਆ ਵੀ ਉਹ ਜਾਂਦਾ ਕਿ ਨਹੀਂ ਜਾਂਦਾ, ਜਾਂ ਉਹਨੂੰ ਤੋੜਨ ਦੇ ਵਿੱਚ ਬੀਜੇਪੀ ਸਫਲ ਹੁੰਦੀ ਹੈ ਨਹੀਂ ਹੁੰਦੀ। ਜੇ ਇਹ ਵੀ ਚਲੇ ਜਾਣ ਤਾਂ ਮੈਨੂੰ ਕੋਈ ਹੈਰਾਨੀ ਅੱਜ ਦੀ ਸਿਚੁਏਸ਼ਨ ਨਹੀਂ ਹੋਏਗੀ, ਕਿਉਂਕਿ ਬੀਜੇਪੀ ਨੇ ਲੱਗਦਾ ਹੈ ਕਿ ਫੈਸਲਾ ਕਰ ਲਿਆ ਹੈ ਕਿ ਪੰਜਾਬ ਦੀ ਫਰਵਰੀ 2022 ਦੀ ਅਸੈਂਬਲੀ ਇਲੈਕਸ਼ਨ ਪੂਰੇ ਜ਼ੋਰ ਸ਼ੋਰ ਨਾਲ ਲੜਦੀ ਹੈ। ਤੇ ਮੈਨੂੰ ਇਹ ਸਾਰਾ ਵਰਤਾਰਾ ਉਹਨਾਂ ਦੇ ਫੈਸਲੇ ਦਾ ਪਾਰਟ ਲੱਗਦਾ ਹੈ। ਪੰਜਾਬ ਦੇ ਵਿੱਚ ਜੇ ਬੀਜੇਪੀ ਇਸ ਢੰਗ ਨਾਲ ਪੂਰੇ ਜ਼ੋਰ ਸ਼ੋਰ ਨਾਲ ਲੜ ਰਹੀ ਹੈ ਤੇ ਇਹਦੇ ਮੀਨਿੰਗ ਬੜੇ ਦੂਰ ਤੱਕ ਹਿੰਦੁਸਤਾਨ ਵਾਸਤੇ ਸਮਝਣ ਦੀ ਲੋੜ ਹੈ, ਕਿਉਂਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਇਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ ਤੇ ਇਹ ਸਿੱਖ ਡੋਮੀਨੇਟਡ ਸਟੇਟ ਹੈ। ਔਰ ਜੇ ਸਿੱਖ ਡੋਮੀਨੇਟਡ ਸਟੇਟ ਦੇ ਵਿੱਚ ਬੀਜੇਪੀ ਬਰਾਬਰ ਦਾ ਰੋਲ ਅਦਾ ਕਰਦੀ ਹੈ ਤੇ ਸਿਆਸਤ ਦੇਖ ਲਓ ਵੀ ਕਿਸ ਪਾਸੇ ਜਾਏਗੀ। ਜਗਤਾਰ ਜੀ, ਇੱਕ ਪਿਛਲੇ ਦਿਨੀ ਬੀਜੇਪੀ ਦੇ ਆਗੂ ਦਾ ਬਿਆਨ ਆਇਆ ਸੀ ਜਿਹਦੇ ਚ ਉਹਨਾਂ ਕਿਹਾ ਸੀ ਵੀ ਅਕਾਲੀ ਦਲ ਨੂੰ ਸਾਡੇ ਛੋਟੇ ਭਰਾ ਦੇ ਤੌਰ ਤੇ ਗੱਠਜੋੜ ਚ ਸ਼ਾਮਲ ਹੋਣਾ ਚਾਹੀਦਾ। ਉਹਨੂੰ ਕਿਵੇਂ ਤੁਸੀਂ ਦੇਖਦੇ ਹੋ? ਨਹੀਂ, ਉਹ ਤਾਂ ਹੁਣ ਗੱਠਜੋੜ ਦੀ ਤਾਂ ਗੱਲ ਹੀ ਮੁਕਾ ਲਈ ਨਾ ਉਹਨਾਂ ਨੇ ਅਕਾਲੀ ਦਲ ਦੇ ਨਾਲ ਤਾਂ। ਹੁਣ ਉਹਦਾ ਅਮਿਤ ਸ਼ਾਹ ਹੋਰਾਂ ਨੇ 2 ਦਿਨ ਪਹਿਲਾਂ ਸਾਫ਼ ਹੀ ਕਰ ਦਿੱਤਾ ਕਿ ਸਾਡਾ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਜਿਹੜੀ ਅਕਾਲੀ ਫੈਕਸ਼ਨ ਉਹਨਾਂ ਨਾਲ ਹੋਏਗਾ। ਤੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀ ਇਹ ਗੱਲ ਕਹੀ ਹੈ ਕਿ ਸਾਡੀ ਅੰਡਰਸਟੈਂਡਿੰਗ ਉਹਨਾਂ ਨਾਲ ਹੋ ਰਹੀ ਹੈ, ਤੇ ਢੀਂਡਸਾ ਸਾਹਿਬ ਦਾ ਖੁਦ ਵੀ ਆਪਣਾ ਬਿਆਨ ਛਪਿਆ ਹੈ ਕਿ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਸੀਟ ਐਡਜਸਟਮੈਂਟ ਦੀ। ਸੋ ਅਕਾਲੀ ਦਲ ਨਾਲ ਤਾਂ ਸਾਰਾ ਕੁਝ ਖਤਮ ਹੀ ਹੋ ਚੁੱਕਿਆ ਬੀਜੇਪੀ ਦਾ। ਸੋ ਇੱਕ ਨਵੀਂ ਧਿਰ ਉੱਭਰ ਰਹੀ ਹੈ, ਇੱਕ ਨਵਾਂ ਅਕਾਲੀ ਦਲ। ਜਦੋਂ ਢੀਂਡਸਾ ਸਾਹਿਬ ਅਕਾਲੀ ਦਲ ਛੱਡ ਕੇ ਗਏ ਸੀ ਸ਼੍ਰੋਮਣੀ ਅਕਾਲੀ ਦਲ, ਉਦੋਂ ਵੀ ਗੱਲ ਕਲੀਅਰ ਸੀ ਕਿ ਬੀਜੇਪੀ ਪੰਜਾਬ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਕ੍ਰੀਏਟ ਕਰਨਾ ਚਾਹੁੰਦੀ ਹੈ। ਸੋ ਬਾਈ ਚਾਂਸ ਕਿਸਾਨੀ ਮਸਲੇ ਦੇ ਵਿੱਚ ਆ ਕੇ ਇਹਨਾਂ ਦੀ ਅਕਾਲੀ ਦਲ ਤੇ ਬੀਜੇਪੀ ਦੀ ਰਾਇ ਟੁੱਟ ਗਈ। ਅਦਰਵਾਈਜ਼ ਤਾਂ ਬੀਜੇਪੀ ਖੁਦ ਵੀ ਇਸ ਪਾਸੇ ਵੱਧ ਰਹੀ ਸੀ ਕਿ ਅਗਲੀ ਇਲੈਕਸ਼ਨ ਦੇ ਵਿੱਚ ਕੋਈ ਹੋਰ ਸਾਥੀ ਲੱਭਿਆ ਜਾਵੇ ਜਾਂ ਨਵਾਂ ਅਕਾਲੀ ਫੈਕਸ਼ਨ ਕ੍ਰੀਏਟ ਕੀਤਾ ਜਾਵੇ, ਤੇ ਉਹਨਾਂ ਨੇ ਹੋਰ ਕੋਈ ਅਕਾਲੀ ਲੀਡਰਾਂ ਨੂੰ ਵੀ ਢੋਇਆ ਸੀ। ਸੋ ਇਹ ਲੱਗ ਰਿਹਾ ਸੀਗਾ ਜੇ ਕਿਸਾਨੀ ਸਟਰਗਲ ਨਾ ਸ਼ੁਰੂ ਹੋਈ ਹੁੰਦੀ ਤੇ ਭੰਨਤੋੜ ਬਹੁਤ ਪਹਿਲਾਂ ਹੋ ਜਾਣੀ ਸੀ। ਠੀਕ।
ਜਗਤਾਰ ਜੀ ਇੱਕ ਹੋਰ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ, ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੇ ਵੀ ਸਿਰਸਾ ਦੇ ਉੱਪਰ ਬਿਆਨ ਦਿੱਤਾ। ਮੈਨੂੰ ਲੱਗਦਾ ਕਿ ਉਹ ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਸੀ ਜਾਂ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿਹੜੇ ਤੱਥ ਜਿਹੜੇ ਸਿਰਸਾ ਨੇ ਰੱਖੇ ਵੀ ਮੈਨੂੰ ਕਿਸੇ ਨੇ ਕੋਈ ਧਮਕੀ ਨਹੀਂ ਦਿੱਤੀ, ਤੇ ਇਹ ਬਿਆਨ ਜਿਹੜਾ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਤੇ ਫਿਰ ਸ਼੍ਰੀ ਅਕਾਲ ਤਖਤ ਦੇ ਜਿਹੜੇ ਕਾਰਜਕਾਰੀ ਜਥੇਦਾਰ ਹੈ ਹਰਪ੍ਰੀਤ ਸਿੰਘ ਹੋਣੀ, ਉਹਨਾਂ ਦਾ ਇੱਕੋ ਸੁਰ 'ਚ ਲੱਗਦੇ, ਉਹ ਇਹਦੇ ਨਾਲ ਅਕਾਲ ਤਖਤ ਦੇ ਤੱਕ ਜਿਹੜਾ ਅਕਸ ਉਹਨੂੰ ਨਹੀਂ ਢਾਹ ਲੱਗਦੀ। ਦੇਖੋ, ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੀ ਸਰਸੇ ਹੋਰ ਆ ਗੱਲ ਹੋਈ ਸੀ ਤੇ ਮੈਨੂੰ ਉਹਨਾਂ ਨੇ ਆ ਗੱਲਾਂ ਕਹੀਆਂ, ਲੇਕਿਨ ਸਰਸਾ ਹੋਰੀ ਤਾਂ ਸਾਰੀ ਗੱਲ ਡਿਨਾਈ ਕਰ ਰਹੇ ਹੈ। ਹਾਂਜੀ, ਇਹਦੇ ਨਾਲ ਜਥੇਦਾਰ ਅਕਾਲ ਤਖਤ ਦੇ ਅਹੁਦੇ ਤੇ ਬਹੁਤ ਵੱਡਾ ਕੁਐਸਚਨ ਮਾਰਕ ਲੱਗਦਾ ਹੈ। ਹਾਂਜੀ, ਗੱਲ ਇਹ ਹੈ ਕਿ ਇਹ ਆਫਿਸ ਜਿਹੜਾ ਸਿੱਖਾਂ ਦਾ ਇੰਸਟੀਟਿਊਸ਼ਨ ਹੈ, ਇਹ ਪਿਛਲੇ 4-5 ਸਾਲ ਤੋਂ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਹਾਂਜੀ, ਤੇ ਇਹ ਉਸ ਪਾਸੇ ਇੱਕ ਸਟੈਪ ਹੋਰ ਹੈ। ਜੇ ਇੱਕ ਅਕਾਲੀ ਲੀਡਰ, ਫਾਰਮਰ ਹੁਣ ਤਾਂ ਅਕਾਲੀ ਲੀਡਰ ਕਵੇ ਕਿ ਸਿੱਧਾ ਜਥੇਦਾਰ ਸਾਹਿਬ ਦਾ ਨਾਂ ਲਏ ਬਿਨਾਂ ਕਿ ਮੇਰੀ ਪੋਜੀਸ਼ਨ ਆ ਸੀ ਤੇ ਮੈਂ ਇਸ ਕਰਕੇ ਬੀਜੇਪੀ ਬੀਜ ਗਿਆ ਹਾਂ, ਔਰ ਜਿਹੜਾ ਉਹਨਾਂ ਦਾ ਲੌਜਿਕ ਹੈ ਉਹ ਕੰਟਰਡਿਕਟ ਕਰਦਾ ਹੈ ਜਥੇਦਾਰ ਅਕਾਲ ਤਖਤ ਨੇ ਜਿਹੜੀ ਗੱਲ ਕਹੀ ਕਿ ਸਰਸਾ ਦੇ ਸਿਰ ਤੇ ਬੰਦੂਕ ਰੱਖ ਕੇ ਉਹਨੂੰ ਜਾਇਜ਼ ਕਰਾਇਆ ਗਿਆ, ਉਹਦਾ ਨੈਰੇਟਿਵ ਹੀ ਅਲੱਗ ਹੈ। ਇਹਦੇ ਨਾਲ ਜਿਹੜੀ ਥੋੜੀ ਬਹੁਤ ਕ੍ਰੈਡੀਬਿਲਿਟੀ ਸੀ ਅਕਾਲ ਤਖਤ ਦੀ ਦੁਬਾਰਾ ਵੱਧ ਰਹੀ, ਉਹ ਵੀ ਬਰਾਬਰ ਹੋ ਜਾਂਦੀ ਹੈ। ਇਹਨਾਂ ਨੂੰ ਮੇਰੇ ਖਿਆਲ 'ਚ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਤੇ ਜਥੇਦਾਰ ਅਕਾਲ ਤਖਤ ਨੂੰ ਇਹੋ ਜਿਹੇ ਮਸਲੇ 'ਚ ਨਹੀਂ ਪੈਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਜੋ ਪਿਛਲੇ ਕੁਝ ਸਾਲਾਂ ਦੇ ਵਿੱਚ ਹੋਇਆ, ਪਹਿਲਾਂ ਡੇਰਾ ਸਿਰਸਾ ਬਾਰੇ ਮਾਫੀਨਾਮੇ ਦਾ ਮਾਮਲਾ, ਹੁਣ ਇਹ ਮਾਮਲਾ, ਕੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਜਿਹੜਾ ਇਹ ਇੰਸਟੀਚਿਊਸ਼ਨ ਆ ਉਹਨੂੰ ਕਦੇ ਵੀ ਇਸ ਮਾਮਲੇ ਦੇ ਬਿਨਾਂ ਉਹਦੀ ਪੁਸ਼ਟੀ ਕੀਤੇ ਬਿਆਨਬਾਜ਼ੀ ਤੋਂ ਬਚਣਾ ਨਹੀਂ ਚਾਹੀਦਾ? ਜਿਹੜਾ ਮਸਲਾ ਡੇਰਾ ਸੱਚਾ ਸੌਦਾ ਦਾ ਹੈ, ਹਾਂਜੀ, ਉਹ ਤਾਂ ਸਿੱਧਾ ਹੀ ਜਥੇਦਾਰ ਅਕਾਲ ਤਖਤ ਨਾਲ ਸੰਬੰਧਿਤ ਸੀ, ਇਸ ਕਰਕੇ ਉਹ ਗਲਤ ਨਹੀਂ ਸੀ। ਜਿਹੜੀ ਇੰਟਰਵੈਂਸ਼ਨ ਹੈ ਉਹ ਤਰੀਕਾ ਗਲਤ ਸੀ। 2007 ਵਿੱਚ ਅਕਾਲ ਤਖਤ ਵੱਲੋਂ ਹੀ ਹੁਕਮਨਾਮਾ ਜਾਰੀ ਹੋਇਆ ਸੀ ਡੇਰਾ ਸਰਸਾ ਦਾ ਬਾਈਕਾਟ ਕਰਨ ਦਾ। ਹਾਂਜੀ, ਇਸ ਕਰਕੇ ਜਿਹੜਾ ਉਹ ਹੁਕਮਨਾਮਾ ਸੀ ਤੇ ਉਸ ਤੋਂ ਬਾਅਦ ਮਾਫੀਨਾਮਾ, ਉਹ ਜਥੇਦਾਰ ਅਕਾਲ ਤਖਤ ਦੇ ਹੀ ਜੂਰਿਸਡਿਕਸ਼ਨ ਹੈ, ਉਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ। ਲੇਕਿਨ ਉੱਥੇ ਗੜਬੜ ਹੋਰ ਹੋਈ ਸੀਗੀ। ਹਾਂਜੀ, ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ, ਹਾਂਜੀ, ਹਾਂਜੀ, ਉਹਨਾਂ ਨੇ ਸਿੱਖ ਮਰਿਆਦਾ ਦੀ ਪਰਵਾਹ ਕੀਤੇ ਬਿਨਾਂ ਜਥੇਦਾਰ ਅਕਾਲ ਤਖਤ ਉਹਨਾਂ ਦੇ ਸਾਥੀਆਂ ਨੂੰ ਆਪਣੇ ਅਫੀਸ਼ੀਅਲ ਰੈਜ਼ੀਡੈਂਸ ਤੇ ਚੰਡੀਗੜ੍ਹ 'ਚ ਸਮਨ ਕੀਤਾ ਸੀ। ਕੋਈ ਵੀ ਚੀਫ ਮਿਨਿਸਟਰ, ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ, ਉਹਨਾਂ ਨੂੰ ਇੰਨਾ ਤਾਂ ਇhtiyat ਵਰਤਣਾ ਚਾਹੀਦਾ ਸੀ ਕਿ ਅਸੀਂ ਇਹ ਕੀ ਕਰਨ ਲੱਗੇ ਹਾਂ। ਉਹਦੇ ਨਾਲ ਇੰਸਟੀਟਿਊਸ਼ਨ ਨੂੰ ਬਹੁਤ ਵੱਡਾ ਇੱਕ ਡੈਮੇਜ ਹੋਇਆ। ਉਹਨਾਂ ਨੇ ਘਰ ਬੁਲਾ ਕੇ ਉਹਨਾਂ ਨੂੰ, ਬਾਦਲ ਸਾਹਿਬ ਨੇ ਅੱਜ ਤੱਕ ਕਦੇ ਜਵਾਬ ਨਹੀਂ ਦਿੱਤਾ, ਨਾ ਹੀ ਉਹਨਾਂ ਨੂੰ ਕੈਟੇਗੋਰੀਕਲੀ ਪੁੱਛਿਆ ਗਿਆ ਕਿ ਤੁਸੀਂ ਇਹਨਾਂ ਨੂੰ ਆਪਣੇ ਘਰ ਕਿਉਂ ਬੁਲਾਇਆ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਮਾਫੀਨਾਮਾ ਦਿੱਤਾ ਡੇਰਾ ਸੱਚਾ ਸੌਦਾ ਚੀਫ ਗੁਰਮੀਤ ਰਾਮ ਰਹੀਮ ਨੂੰ। ਹਾਂਜੀ, ਤਾਂ ਉਹ ਤਾਂ ਸਪਸ਼ਟ ਸੀ ਕਿ ਇਹਨਾਂ ਦੇ ਵਿੱਚੋਂ ਇੱਕ ਜਥੇਦਾਰ ਬਾਅਦ ਬੋਲਿਆ ਵੀ, ਜਿਹੜਾ ਤਲਵੰਡੀ ਸਾਬੋ ਦਾ ਉਸ ਵੇਲੇ ਜਥੇਦਾਰ ਸੀਗਾ ਤੇ ਅੱਜ ਕੱਲ ਅਕਾਲ ਤਖਤ ਵਿੱਚ ਆ, ਬਾਅਦ ਚ ਉਹਨੂੰ ਦੁਬਾਰਾ ਐਡਜਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਮੂੰਹ ਬੰਦ ਆ ਅਜੇ ਤੱਕ। ਤੇ ਉਹਨਾਂ ਨੇ ਸਾਰੀ ਗੱਲ ਕਲੀਅਰ ਕਰਤੀ ਸੀ ਕਿ ਵੀ ਸਾਡੀ ਮੀਟਿੰਗ ਦੇ ਵਿੱਚ ਆ ਗੱਲਾਂ ਹੋਈਆਂ ਤੇ ਬਾਦਲ ਸਾਹਿਬ ਨੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਮਾਫੀ ਦਿਵਾਉਣ ਵਾਸਤੇ। ਸੋ ਉਦੋਂ ਜਿਹੜੀ ਇਸ ਇੰਸਟੀਟਿਊਸ਼ਨ ਨੂੰ ਢਾਹ ਲੱਗੀ ਉਹ ਬਹੁਤ ਵੱਡੀ ਸੀ। ਹਾਂਜੀ, ਇਸੇ ਕਰਕੇ ਕੋਈ ਵੀ ਜਥੇਦਾਰ ਉਸ ਤੋਂ ਬਾਅਦ ਕਈ ਮਹੀਨੇ ਕਿਸੇ ਫੰਕਸ਼ਨ ਤੇ, ਸਿੱਖਾਂ ਦੇ ਧਾਰਮਿਕ ਫੰਕਸ਼ਨ ਤੇ, ਗੁਰਦੁਆਰਿਆਂ ਦੇ ਵਿੱਚ ਤਖਤ ਤੇ ਨਹੀਂ ਜਾ ਸਕੇ। ਸੋ ਜਿਹੜੀ ਉਹ ਢਾਹ ਲੱਗੀ ਸੀ, ਮੇਰੇ ਖਿਆਲ 'ਚ ਉਹੋ ਜਿਹਾ ਹੀ ਕੰਮ ਹੁਣ ਮੁੜ ਕੇ ਥੋੜਾ ਜਿਹਾ ਫਿਰ ਹੋ ਗਿਆ। ਇੱਕ ਜਗਤਾਰ ਜੀ ਹੋਰ ਮੈਂ ਗੱਲ ਕਰਨਾ ਚਾਹੁੰਦਾ ਵੀ ਅਕਾਲ ਤਖਤ ਦਾ ਜਥੇਦਾਰ ਹੈ ਜਿਹੜੇ ਹੁਣ ਗਿਆਨੀ ਹਰਪ੍ਰੀਤ ਸਿੰਘ, ਇਹ ਕਿੰਨੇ ਚਿਰ ਤੋਂ ਐਕਟਿੰਗ ਜਥੇਦਾਰ ਹੀ ਹੈ, ਇਹਦੇ ਨਾਲ ਵੀ ਸੰਸਥਾ ਵੀਕ ਨਹੀਂ ਹੁੰਦੀ? ਦੇਖੋ ਜੀ, ਇਹ ਫੈਸਲਾ ਤਾਂ ਐਸਜੀਪੀਸੀ ਨੇ ਕਰਨਾ ਹੈ। ਹਾਂਜੀ, ਸੋ ਇਹਦੇ ਬਾਰੇ ਮੈਂ ਨਹੀਂ ਫੈਸਲਾ ਕਿਸੇ ਨੇ ਵੀ ਕਰਨਾ ਹੋਵੇ, ਇੱਕ ਗੱਲ ਜ਼ਰੂਰੀ ਹੈ ਹਾਂਜੀ, ਕਿ ਐਸਜੀਪੀਸੀ ਨੂੰ ਇਸ ਢੰਗ ਨਾਲ ਫੰਕਸ਼ਨ ਕਰਨਾ ਚਾਹੀਦਾ ਹੈ
ਜਿਹਦੇ ਨਾਲ ਜਿਹੜੇ ਇਹ ਸਿੱਖਾਂ ਦੇ ਦੋ ਸਭ ਤੋਂ ਵੱਡੇ ਇੰਸਟੀਟਿਊਸ਼ਨ ਗਿਣੇ ਜਾਂਦੇ ਆ, ਐਸਜੀਪੀਸੀ ਆਪਣੇ ਆਪ ਤੇ ਦੂਸਰਾ ਅਕਾਲ ਤਖਤ, ਹਾਂਜੀ ਇਹਨਾਂ ਦੀ ਮਰਿਆਦਾ ਤੇ ਇੱਜ਼ਤ ਮਾਣ ਨੂੰ ਠੇਸ ਨਾ ਲੱਗੇ ਤੇ ਲਗਾਤਾਰ ਇੱਕ ਐਕਟਿੰਗ ਜਥੇਦਾਰ ਬਣਾਈ ਰੱਖਣਾ ਮੇਰੇ ਖਿਆਲ ਦੇ ਵਿੱਚ ਇਹ ਸ਼ੋਭਾ ਨਹੀਂ ਦਿੰਦਾ ਇਸ ਇੰਸਟੀਟਿਊਸ਼ਨ ਦੇ ਰੁਤਬੇ ਦੇ ਵਾਸਤੇ। ਤਾਂ ਐਸਜੀਪੀਸੀ ਨੂੰ ਚਾਹੀਦਾ ਕਿ ਪ੍ਰੋਪਰ ਜਥੇਦਾਰ ਲੈ ਕੇ ਆਉਣ ਜਾਂ ਇਹਨਾਂ ਨੂੰ ਹੀ ਰੈਗੂਲਰਾਈਜ਼ ਕਰ ਦੇਣ। ਐਕਟਿੰਗ ਜਥੇਦਾਰ ਇੰਨੀ ਦੇਰ ਰੱਖਣ ਦਾ ਕੋਈ ਮਤਲਬ ਨਹੀਂ ਹੁੰਦਾ, ਲੇਕਿਨ ਇਹ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਹੁੰਦਾ ਰਿਹਾ। ਜਗਤਾਰ ਜੀ, ਜਿਹੜਾ ਪੰਜਾਬ ਦਾ ਸੀਨ ਉੱਭਰ ਰਿਹਾ, ਰਾਜਨੀਤਿਕ ਸੀਨ ਬਣ ਰਿਹਾ, ਮਤਲਬ ਇੱਕ ਪਾਸੇ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਤੇ ਜਿਹੜੇ ਢੀਂਡਸਾ ਸਾਹਿਬ ਉਹਨਾਂ ਦੇ ਉੱਪਰ ਹਮਲੇ ਕਰ ਰਿਹਾ ਵੀ, ਤੇ ਬੀਜੇਪੀ ਨੇ ਨਵੇਂ ਭਾਈਵਾਲ ਲੱਭ ਲਏ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਵਿਰਾਸਤ ਆ ਉਹਨੂੰ ਢਾਹ ਲਾਉਣ ਲਈ। ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਨਾਲ ਦੀ ਨਾਲ ਇੱਕ ਗੱਲ ਮੈਂ ਜਿਹੜੀ ਹੋਰ ਕਹਿਣੀ ਚਾਹਾਂਗਾ ਕਿ ਕੱਲ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਨੇ ਸਾਨੂੰ ਉਹਨਾਂ ਨੂੰ ਆਫਰ ਕੀਤੀ ਪੈਸੇ ਦੀ ਵੀ, ਯੂਨੀਅਨ ਕੈਬਨਿਟ ਦੀ ਵੀ। ਇਹਨੂੰ ਦੋਨਾਂ ਗੱਲਾਂ ਨੂੰ ਕਿਵੇਂ ਦੇਖਦੇ ਹੋ? ਇਹ ਦੋਵੇਂ ਗੱਲਾਂ ਅਲੱਗ-ਅਲੱਗ ਹੈ, ਤੁਸੀਂ ਇਕੱਠੀਆਂ ਕਰਤੀਆਂ, ਇਕੱਠੀਆਂ ਨਹੀਂ ਸੀ ਹਾਂਜੀ, ਹੈ ਅਲੱਗ-ਅਲੱਗ ਗੱਲ, ਬਾਤ ਦੁਬਾਰਾ ਕਰ ਲਿਓ। ਹਾਂਜੀ, ਪਹਿਲੀ ਗੱਲ, ਹਾਂਜੀ ਆਪਾਂ ਜੇ 1999 ਜਾਈਏ ਜਦੋਂ ਖਾਲਸੇ ਦੀ 63 ਸ਼ਤਾਬਦੀ ਮਨਾਈ ਗਈ ਸੀਗੀ, ਹਾਂਜੀ ਹਾਂਜੀ ਉਦੋਂ ਆਰਐਸਐਸ ਵਾਲੇ ਬੜੇ ਜ਼ੋਰ ਸ਼ੋਰ ਨਾਲ ਪੰਜਾਬ ਵਿੱਚ ਐਂਟਰ ਕੀਤੇ ਸੀ ਤੇ ਇਹਨਾਂ ਨੇ ਬਹੁਤ ਲਿਟਰੇਚਰ ਛਪਾਇਆ ਸੀ ਜਿਹਦੇ ਚ ਸਿੱਖ ਧਰਮ ਨੂੰ ਡਿਸਟੋਰਟ ਕੀਤਾ ਗਿਆ ਸੀ ਤੇ ਉਹ ਖਬਰ ਉਦੋਂ ਇੰਡੀਅਨ ਐਕਸਪ੍ਰੈਸ ਸਭ ਤੋਂ ਪਹਿਲਾਂ ਮੈਂ ਹੀ ਕੀਤੀ ਸੀ। ਠੀਕ। ਉਹ ਇਸ਼ੂ ਇੱਕ ਛੋਟੇ ਜਿਹੇ ਲੈਵਲ ਤੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਕਾਮਰੇਡ ਸਤਪਾਲ ਡਾਂਗ ਨੇ ਚੱਕਿਆ ਸੀ। ਦਿਲਚਸਪ ਗੱਲ ਇਹ ਹੈ ਕਿ ਕਿਸੇ ਸਿੱਖ ਸੰਸਥਾ ਨੇ ਇਸ ਪਾਸੇ ਧਿਆਨ ਨਹੀਂ ਸੀ ਦਵਾਇਆ ਕਿ ਆਰਐਸਐਸ ਕਿਵੇਂ ਪਿੰਡਾਂ ਦੇ ਵਿੱਚ ਜਾ ਕੇ ਸਿੱਖ ਧਰਮ ਨੂੰ ਡਿਸਟੋਰਟ ਕਰ ਰਹੀ ਹੈ ਤੇ ਆਪਣਾ ਏਜੰਡਾ ਲਾਗੂ ਕਰ ਰਹੀ ਹੈ। ਇਹ ਇਸ਼ੂ ਕਾਮਰੇਡ ਸਤਪਾਲ ਡਾਂਗ ਵੱਲੋਂ ਆਇਆ ਸੀ ਤੇ ਉਹਨਾਂ ਤੋਂ ਹੀ ਫਿਰ ਮੈਂ ਬਾਕੀ ਲਿਟਰੇਚਰ ਲਿਆ ਸੀ। ਉਸ ਤੋਂ ਉਹਨਾਂ ਖੁਦ ਕੰਮ ਕੀਤਾ ਤੇ ਸਾਹਮਣੇ ਆਇਆ ਕਿ ਇਹ ਸੰਸਥਾ ਕਿਵੇਂ ਵਿਚਰ ਰਹੀ ਹੈ ਤੇ ਇਹਨਾਂ ਨੂੰ ਸਹਾਰਾ ਸੀ ਉਸ ਵੇਲੇ ਅਕਾਲੀ ਦਲ ਦੇ ਨਾਲ ਬੀਜੇਪੀ ਦੇ ਅਲਾਇੰਸ ਦਾ। ਠੀਕ। 2001 ਇਲੈਕਸ਼ਨ ਲੋਕ ਸਭਾ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਆ ਗਏ ਕਾਂਗਰਸ ਵਿੱਚ, ਲੇਕਿਨ ਜਦੋਂ ਇਹ ਬੀਜੇਪੀ ਸੀ, ਇਹਨਾਂ ਦੀ ਇੱਕ ਇਲੈਕਸ਼ਨ ਦੀ ਗੱਲ ਕਰਦਾ, ਉਦੋਂ ਮੈਂ ਗੁਰਦਾਸਪੁਰ ਦੇ ਹਲਕੇ 'ਚ ਘੁੰਮ ਰਿਹਾ ਸੀ ਤੇ ਹਲਕੇ 2 ਅਸੈਂਬਲੀ ਹਲਕੇ ਗੁਰਦਾਸਪੁਰ ਦੇ ਉਦੋਂ ਅੰਮ੍ਰਿਤਸਰ ਵੱਲ ਪੈਂਦੇ ਸੀਗੇ। ਠੀਕ ਉਹਦੇ ਇਲਾਕੇ ਤੱਕ ਇਹਨਾਂ ਦੇ ਪੋਸਟਰ ਲੱਗੇ ਹੋਏ ਸੀ ਉਸ ਵੇਲੇ ਤੇ ਮੇਰਾ ਪਰਸਨਲ ਰਿਐਕਸ਼ਨ ਇੱਕੋ ਹੀ ਸੀ। ਮੈਂ ਕਿਹਾ ਵੀ ਹੁਣ ਆਰਐਸਐਸ ਵਾਲੇ ਬਾਰਡਰ ਦੇ ਪਿੰਡਾਂ ਤੱਕ ਪੈਨੀਟ੍ਰੇਟ ਕਰਨਗੇ ਇਸ ਕਵਰ ਦੇ ਥੱਲੇ, ਔਰ ਉਹੀ ਹੋਇਆ। ਹਾਂਜੀ। ਹੁਣ ਜਦੋਂ ਅਕਾਲੀ ਦਲ ਤੋਂ ਬੀਜੇਪੀ ਅਲੱਗ ਹੋ ਗਈ ਤੇ ਉਹਨਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਸੀ ਜਿੱਥੇ ਉਹ ਸਿੱਖਾਂ ਦੀਆਂ ਧਿਰਾਂ ਨੂੰ ਵਰਤ ਸਕਣ। ਸੋ ਉਹਨਾਂ ਨੂੰ ਮੇਰੇ ਖਿਆਲ 'ਚ ਚੰਨੀ ਜੀ ਠੀਕ ਕਹਿ ਰਹੇ ਹੈ ਕਿ ਉਹਨਾਂ ਨੇ ਬਦਲ ਆਪਣਾ ਲੱਭ ਲਿਆ। ਹੁਣ ਇਹਨਾਂ ਨੂੰ ਆਪਣਾ ਏਜੰਡਾ ਲਾਗੂ ਕਰਾਉਣ ਦੇ ਵਿੱਚੋਂ ਵਰਤਣਗੇ। ਉਹ ਸਰਸਾ ਜੀ ਨੇ ਸਿੱਧਾ ਹੀ ਕਹਿ ਦਿੱਤਾ ਕਿ ਮੈਂ ਉਹਨਾਂ ਤੋਂ ਸਿੱਖਾਂ ਦੇ ਮਸਲੇ ਹੱਲ ਕਰਾਉਣੇ, ਉਹਦਾ ਮਤਲਬ ਇਹੀ ਹੈ। ਤੇ ਜਿਹੜੀ ਇਹ ਤੋਂ ਅਗਲੀ ਗੱਲ ਭਗਵੰਤ ਮਾਨ ਨੇ ਕਹੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਉਹਨਾਂ ਨੇ ਕਲੇਮ ਕੀਤਾ ਹੈ, ਹਾਂਜੀ, ਤੇ ਜੇ ਉਹ ਪਬਲਿਕ ਪ੍ਰੈਸ ਕਾਨਫਰੰਸ ਕਰਕੇ ਕਲੇਮ ਕਰਦੇ ਹੈ ਤੇ ਸਾਨੂੰ ਉਹਨਾਂ ਤੇ ਸ਼ੱਕ ਕਰਨ ਦਾ ਤਾਂ ਕੋਈ ਹੱਕ ਹੀ ਨਹੀਂ ਹੈ। ਉਹ ਠੀਕ ਕਹਿੰਦੇ ਹੋਣਗੇ। ਇਹ ਕਿ ਸੁਣਨ ਦੇ ਵਿੱਚ ਆ ਰਿਹਾ ਜਾਂ ਜਿਸ ਢੰਗ ਨਾਲ ਇਨਫੋਰਮੇਸ਼ਨ ਆ ਰਹੀ ਹੈ ਕਿ ਬੀਜੇਪੀ ਪੰਜਾਬ ਦੀ ਹਰ ਪਾਰਟੀ ਦੇ ਵਿੱਚੋਂ ਜਿਹੜੇ ਲੀਡਰ ਥੋੜੇ ਬਹੁਤ ਇਫੈਕਟਿਵ ਹੈ ਸਭ ਨੂੰ ਅਪਰੋਚ ਕਰ ਰਹੀ ਹੈ। ਅੱਛਾ। ਤੇ ਉਹਦੇ ਵਿੱਚ ਭਗਵੰਤ ਮਾਨ ਨੂੰ ਅਪਰੋਚ ਕੀਤਾ ਹੋਵੇ ਤਾਂ ਕੋਈ ਐਸੀ ਗੱਲ ਨਹੀਂ ਹੈ, ਜ਼ਰੂਰ ਕੀਤਾ ਹੋ ਸਕਦਾ ਨਾਲ। ਲੇਕਿਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਬਾਰਗੇਨਿੰਗ ਆਪਣੀ ਪਾਰਟੀ ਵਿੱਚ ਵਧਾਉਣਾ ਚਾਹੁੰਦੇ ਹੈ। ਲੇਕਿਨ ਮੈਨੂੰ ਪਹਿਲੀ ਗੱਲ ਜ਼ਿਆਦਾ ਠੀਕ ਲੱਗਦੀ ਹੈ, ਉਹਨਾਂ ਨੂੰ ਡੈਫੀਨੇਟਲੀ ਅਪਰੋਚ ਕੀਤਾ ਹੋਵੇਗਾ। ਤੇ ਜਗਤਾਰ ਜੀ, ਇਹ ਤੋਂ ਇਲਾਵਾ ਜਿਹੜੀਆਂ ਜਿਸ ਤਰੀਕੇ ਦਾ ਇਹੋ ਜਿਹਾ ਤਰੀਕਾਕਾਰ ਪੱਛਮੀ ਬੰਗਾਲ ਦੇ ਵਿੱਚ ਵੀ ਬੀਜੇਪੀ ਨੇ ਅਪਣਾਇਆ ਸੀਗਾ, ਉੱਥੇ ਕੋਈ ਬਾਹਲੀ ਸਫਲਤਾ ਨਹੀਂ ਮਿਲ ਸਕੀ। ਤੇ ਜਿੱਥੇ ਜਿਹੜਾ ਕਿਸਾਨੀ ਅੰਦੋਲਨ ਹੈ ਇਹਦੇ ਚੱਲਦਿਆਂ ਹੋਇਆ, ਮਤਲਬ ਆਲਮੋਸਟ ਕਿਸਾਨੀ ਅੰਦੋਲਨ 1-2 ਦਿਨਾਂ 'ਚ ਨਿਬੜਨ ਦੀ ਸੰਭਾਵਨਾ ਹੈਗੀ ਆ, ਬਹੁਤੀਆਂ ਗੱਲਾਂ ਮੰਨੀਆਂ ਗਈਆਂ। ਉਹਦੇ 'ਚ ਤੁਸੀਂ ਸਮਝਦੇ ਵੀ ਬੀਜੇਪੀ ਨੂੰ ਇਹ ਸਾਰੀਆਂ ਭੰਨ ਤੋੜ ਦੇ ਬਾਵਜੂਦ ਸਫਲਤਾ ਕੋਈ ਮਿਲੇਗੀ?
ਦੇਖੋ ਬੀਜੇਪੀ ਨੇ ਮੇਰੇ ਖਿਆਲ 'ਚ ਕੋਈ ਲੈਸਨ ਵੈਸਟ ਬੰਗਾਲ ਤੋਂ ਨਹੀਂ ਸਿੱਖਿਆ। ਹਾਂਜੀ ਜੇ ਉੱਥੇ ਕਾਮਯਾਬੀ ਨਹੀਂ ਮਿਲੀ ਜਿਹੜੀ ਕਿ ਅਦਰਵਾਈਜ਼ ਇੱਕ ਨਾਰਮਲ ਸਟੇਟ ਹੈ, ਤੇ ਪੰਜਾਬ 'ਚ ਇਹਨਾਂ ਨੂੰ ਕਾਮਯਾਬੀ ਕਿੰਨੀ ਕੁ ਮਿਲ ਜਾਏਗੀ? ਜਿਹੜੀ ਜਿੱਥੋਂ ਦਾ ਡਿਸਕੋਰਸ ਹੀ ਵੱਖਰਾ ਹੈ ਬਿਲਕੁਲ। ਹਾਂਜੀ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਸੋ ਮੇਰੇ ਖਿਆਲ ਦੇ ਵਿੱਚ ਬੀਜੇਪੀ ਰਿਸਕ ਲੈ ਰਹੀ ਹੈ ਇਸ ਸਿਆਸਤ ਦਾ। ਇਹਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਜਿਹੜਾ ਕਲੇਮ ਕਰਦੇ ਹੈ ਕਿ ਅਸੀਂ ਸਰਕਾਰ ਬਣਾਵਾਂਗੇ, ਸਰਕਾਰ ਬਣਾਉਣ ਵਾਲੀ ਹਾਲਤ ਤਾਂ ਇਹਨਾਂ ਦੀ ਹੋ ਨਹੀਂ ਸਕਦੀ, ਕਿਉਂਕਿ ਹੁਣ ਨਾਲ ਤਾਂ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ। ਹਾਂਜੀ 4.5 ਸਾਲ ਉਹਨਾਂ ਨੇ ਸਰਕਾਰ ਨਹੀਂ ਚਲਾਈ। ਜੇ ਸਰਕਾਰ ਚਲਾਈ ਹੁੰਦੀ ਤੇ ਉਹਨਾਂ ਨੇ ਕਾਂਗਰਸ ਵਿੱਚ ਹੀ ਰਹਿਣਾ ਸੀਗਾ, ਇਹ ਸਿਚੁਏਸ਼ਨ ਹੀ ਨਹੀਂ ਸੀ ਆਉਣੀ। ਸੋ ਜਿਹੜਾ ਫੇਅਰ ਲੀਡਰ ਹੈ ਉਹਨੂੰ ਨਾਲ ਲਾ ਕੇ ਇਹ ਜੇ ਕਹਿਣ ਅਸੀਂ ਸਰਕਾਰ ਬਣਾ ਲਾਂਗੇ ਪੰਜਾਬ ਦੇ ਵਿੱਚ, ਇਹ ਪੋਸੀਬਲ ਨਹੀਂ। ਹਾਂਜੀ ਸੋ ਜਗਤਾਰ ਜੀ, ਸਾਡੇ ਇਹ ਸ਼ੋਅ 'ਚ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈਨੇ ਆਗਿਆ। ਬਹੁਤ ਬਹੁਤ ਧੰਨਵਾਦ।